ਮੇਰੇ ਪਤੀ ਕੁਲਜੀਤ ਪੁਲਿਸ ਅਫਸਰ ਸਨ। ਸਾਡੀ ਛੋਟੀ ਜਿਹੀ ਫੈਮਿਲੀ ਸੀ। ਮੈਂ, ਮੇਰੇ ਪਤੀ ਤੇ ਸਾਡੀ ਬੇਟੀ ਸੁਮਨ। ਸੁਮਨ ਹੁਣ 17 ਸਾਲ ਦੀ ਹੋ ਚੁੱਕੀ ਸੀ। ਸਾਡੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਸੀ। ਇੱਕ ਦਿਨ ਦਰਵਾਜ਼ਾ ਖੜਕਿਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰੇ ਪਤੀ ਦੇ ਨਾਲ ਇੱਕ ਔਰਤ। ਮੇਰੇ ਪਤੀ ਬਹੁਤ ਘੱਟ ਬੋਲਦੇ ਸਨ। ਉਹਨਾਂ ਨੂੰ ਮੇਰਾ ਵੀ ਜ਼ਿਆਦਾ ਬੋਲਣਾ ਤੇ ਹੱਸਣਾ ਪਸੰਦ ਨਹੀਂ ਸੀ। ਵਿਆਹ ਦੇ 6 ਮਹੀਨੇ ਇਸ ਤਰ੍ਹਾਂ ਹੀ ਲੰਘ ਗਏ। ਕਹਿੰਦੇ ਹਨ ਕਿ ਪਤੀ ਜਿਸ ਹਾਲ ਵਿੱਚ ਰੱਖੇ ਉਸ ਹਾਲ ਵਿੱਚ ਖੁਸ਼ ਰਹਿਣਾ ਚਾਹੀਦਾ ਹੈ। ਮੈਂ ਕਦੇ ਆਪਣੇ ਪਤੀ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ, ਪਰ ਮੇਰੇ ਸਬਰ ਤੇ ਸਹਿਣਸ਼ੀਲਤਾ ਨੇ ਉਹਨਾਂ ਨੂੰ ਪਿਘਲਾ ਦਿੱਤਾ ਸੀ। ਇੱਕ ਦਿਨ ਅਚਾਨਕ ਕੁਲਜੀਤ ਆਫਿਸ ਤੋਂ ਆਏ, ਬਹੁਤ ਖੁਸ਼ ਲੱਗ ਰਹੇ ਸਨ। ਕਹਿਣ ਲੱਗੇ ਕਿ ਵਿਆਹ ਦੇ ਇੰਨੇ ਮਹੀਨੇ ਗੁਜ਼ਰ ਗਏ ਹਨ, ਪਰ ਮੈਂ ਕਿਤੇ ਤੈਨੂੰ ਘੁਮਾਉਣ ਨਹੀਂ ਲੈ ਕੇ ਗਿਆ। ਇਸ ਲਈ ਆਪਾਂ 15 ਦਿਨਾਂ ਲਈ ਕਿਤੇ ਘੁੰਮਣ ਲਈ ਜਾ ਰਹੇ ਹਾਂ। ਪਤੀ ਨਾਲ ਘੁੰਮਣ ਫਿਰਨ ਦੀ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਜਲਦੀ ਨਾਲ ਪੈਕਿੰਗ ਵੀ ਸ਼ੁਰੂ ਕਰ ਦਿੱਤੀ ਤੇ ਅਗਲੇ ਦਿਨ ਹੀ ਅਸੀਂ ਘੁੰਮਣ ਲਈ ਚਲੇ ਗਏ। ਅਸੀਂ ਇੱਕ ਹੋਟਲ ਵਿੱਚ ਠਹਿਰੇ। ਅਸੀਂ ਸਵੇਰੇ ਘੁੰਮਣ ਲਈ ਨਿਕਲ ਜਾਂਦੇ ਤੇ ਸ਼ਾਮ ਢਲਦੇ ਨੂੰ ਵਾਪਸ ਹੋਟਲ ਵਿੱਚ ਆ ਜਾਂਦੇ। ਇੱਥੇ 5-6 ਦਿਨ ਗੁਜ਼ਰ ਗਏ ਸਨ। ਇੱਕ ਦਿਨ ਅਸੀਂ ਸਮੁੰਦਰ ਦੇ ਕਿਨਾਰੇ ਬੈਠੇ ਹੋਏ ਸੀ। ਇੱਥੋਂ ਦਾ ਨਜ਼ਾਰਾ ਬਹੁਤ ਸੋਹਣਾ ਸੀ। ਸਾਨੂੰ ਇੱਥੇ ਬੈਠਿਆਂ ਨੂੰ ਥੋੜ੍ਹਾ ਸਮਾਂ ਹੀ ਹੋਇਆ ਸੀ ਕਿ ਅਸੀਂ ਦੇਖਿਆ ਕਿ ਇੱਕ ਔਰਤ ਸਾਡੇ ਵੱਲ ਆ ਰਹੀ ਸੀ। ਉਹ ਤੇਜ਼-ਤੇਜ਼ ਸਾਡੇ ਵੱਲ ਆ ਰਹੀ ਸੀ। ਜਦੋਂ ਉਹ ਸਾਡੇ ਕੋਲ ਆਈ ਤਾਂ ਮੇਰੀ ਨਜ਼ਰ ਉਸਦੇ ਚਿਹਰੇ ਤੋਂ ਨਹੀਂ ਹਟ ਰਹੀ ਸੀ, ਕਿਉਂਕਿ ਉਹ ਬਹੁਤ ਹੀ ਸੋਹਣੀ ਸੀ। ਜੋ ਵੀ ਦੇਖੇ ਬਸ ਦੇਖਦਾ ਹੀ ਰਹਿ ਜਾਵੇ। ਪਰ ਉਸਦੇ ਚਿਹਰੇ 'ਤੇ ਘਬਰਾਹਟ ਸੀ ਤੇ ਅੱਖਾਂ ਵਿੱਚ ਅਜੀਬ ਜਿਹਾ ਡਰ। ਉਸਦੇ ਹੱਥ ਕੰਬ ਰਹੇ ਸਨ ਤੇ ਉਸਦੇ ਨਾਲ ਇੱਕ ਛੋਟੀ ਜਿਹੀ ਬੱਚੀ ਸੀ। ਉਹ ਕਹਿਣ ਲੱਗੀ ਕਿ ਜੇ ਤੁਸੀਂ ਥੋੜ੍ਹੀ ਦੇਰ ਲਈ ਇੱਥੇ ਹੀ ਹੋ ਤਾਂ ਮੇਰੀ ਬੱਚੀ ਨੂੰ ਥੋੜ੍ਹੇ ਟਾਈਮ ਲਈ ਸੰਭਾਲ ਲਓ, ਮੈਂ ਹੁਣੇ ਆਉਂਦੀ ਹਾਂ। ਅਸੀਂ ਕਿਹਾ ਕੋਈ ਗੱਲ ਨਹੀਂ, ਤੁਸੀਂ ਇਹਨੂੰ ਸਾਡੇ ਕੋਲ ਛੱਡ ਜਾਓ। ਉਹ ਔਰਤ ਸਾਡਾ ਧੰਨਵਾਦ ਕਰਨ ਲੱਗੀ ਤੇ ਆਪਣੀ ਬੱਚੀ ਨੂੰ ਸਾਡੇ ਕੋਲ ਛੱਡ ਕੇ ਚਲੀ ਗਈ। ਉਹ ਬੱਚੀ ਆਪਣੀ ਮਾਂ ਵਾਂਗ ਹੀ ਸੋਹਣੀ ਸੀ। ਉਹ ਲਗਭਗ 2-2.5 ਸਾਲ ਦੀ ਸੀ। ਮੈਂ ਬੱਚੀ ਨੂੰ ਆਪਣੀ ਗੋਦ ਵਿੱਚ ਲਿਆ ਤਾਂ ਮੇਰੇ ਅੰਦਰ ਮਮਤਾ ਜਾਗ ਗਈ। ਮੈਂ ਉਸ ਨੂੰ ਖਿਡਾਉਣ ਲੱਗੀ ਤਾਂ ਉਹ ਵੀ ਮੇਰੇ ਨਾਲ ਹੱਸਣ ਖੇਡਣ ਲੱਗੀ। ਪਰ ਹੁਣ 1 ਘੰਟਾ ਗੁਜ਼ਰ ਗਿਆ ਸੀ, ਪਰ ਉਸ ਦੀ ਮਾਂ ਉਸ ਨੂੰ ਵਾਪਸ ਲੈਣ ਨਹੀਂ ਆਈ। ਅਸੀਂ ਦੋਵੇਂ ਪਰੇਸ਼ਾਨ ਸੀ ਕਿ ਉਹ ਔਰਤ ਵਾਪਸ ਕਿਉਂ ਨਹੀਂ ਆਈ। ਅਸੀਂ ਉਸ ਦਾ ਬਹੁਤ ਦੇਰ ਇੰਤਜ਼ਾਰ ਕੀਤਾ, ਪਰ ਉਹ ਵਾਪਸ ਨਹੀਂ ਆਈ। ਅਸੀਂ ਬੱਚੀ ਨੂੰ ਇਕੱਲੇ ਛੱਡ ਕੇ ਵੀ ਨਹੀਂ ਜਾ ਸਕਦੇ ਸੀ, ਇਸ ਲਈ ਉਸ ਬੱਚੀ ਨੂੰ ਆਪਣੇ ਨਾਲ ਹੀ ਲੈ ਗਏ। ਸ਼ਾਇਦ ਕੱਲ੍ਹ ਉਸ ਦੀ ਮਾਂ ਵਾਪਸ ਆ ਜਾਵੇ। ਅਗਲੇ ਕਈ ਦਿਨਾਂ ਤੱਕ ਇੰਤਜ਼ਾਰ ਕੀਤਾ, ਪਰ ਉਹ ਨਹੀਂ ਆਈ। ਅਸੀਂ ਆਸ-ਪਾਸ ਤੋਂ ਵੀ ਪਤਾ ਕੀਤਾ ਕਿ ਉਸ ਦੇ ਮਾਂ-ਬਾਪ ਬਾਰੇ ਕੁਝ ਪਤਾ ਚੱਲ ਸਕੇ, ਪਰ ਕੁਝ ਪਤਾ ਨਾ ਚੱਲਿਆ। ਇਸ ਲਈ ਮਜਬੂਰਨ ਸਾਨੂੰ ਉਸ ਬੱਚੀ ਨੂੰ ਆਪਣੇ ਨਾਲ ਘਰ ਲੈ ਕੇ ਆਉਣਾ ਪਿਆ। ਘਰ ਆ ਕੇ ਮੈਂ ਬੱਚੀ ਨੂੰ ਬਹੁਤ ਲਾਡ ਪਿਆਰ ਕੀਤਾ। ਉਹ ਹੁਣ ਸਾਡੇ ਨਾਲ ਘੁਲ-ਮਿਲ ਗਈ ਸੀ। ਮੈਂ ਉਸ ਬੱਚੀ ਦਾ ਨਾਮ ਸੁਮਨ ਰੱਖ ਲਿਆ, ਪਰ ਸਾਡੇ ਦੋਨਾਂ ਦੇ ਮਨ ਵਿੱਚ ਇਸ ਬੱਚੀ ਦੀ ਮਾਂ ਬਾਰੇ ਖਟਕ ਰਹੀ ਸੀ ਕਿ ਇਸ ਬੱਚੀ ਦੀ ਮਾਂ ਇਸ ਨੂੰ ਸਾਡੇ ਕੋਲ ਛੱਡ ਕੇ ਕਿੱਥੇ ਚਲੀ ਗਈ। ਹੌਲੀ-ਹੌਲੀ ਸਮਾਂ ਬੀਤਦਾ ਗਿਆ। ਸੁਮਨ ਹੁਣ 6 ਸਾਲ ਦੀ ਹੋ ਗਈ ਸੀ। ਉਹ ਮੈਨੂੰ ਆਪਣੀ ਮਾਂ ਸਮਝਦੀ ਤੇ ਮਾਂ ਕਹਿ ਕੇ ਹੀ ਬੁਲਾਉਂਦੀ। ਪਰ ਇੱਕ ਦਿਨ ਕੁਲਜੀਤ ਨੇ ਮੈਨੂੰ ਕਿਹਾ ਕਿ ਆਪਾਂ ਸੁਮਨ ਨੂੰ ਅਨਾਥ ਆਸ਼ਰਮ ਵਿੱਚ ਛੱਡ ਦਿੰਦੇ ਹਾਂ, ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਸੀ, ਕਿਉਂਕਿ ਹੁਣ ਤੱਕ ਸਾਡਾ ਵੀ ਕੋਈ ਬੱਚਾ ਨਹੀਂ ਹੋਇਆ ਸੀ ਤੇ ਮੈਂ ਸੁਮਨ ਨੂੰ ਆਪਣੀ ਬੱਚੀ ਹੀ ਸਮਝਦੀ ਸੀ। ਮੇਰੇ ਸਮਝਾਉਣ 'ਤੇ ਕੁਲਜੀਤ ਮੰਨ ਗਏ ਤੇ ਅਸੀਂ ਉਸ ਨੂੰ ਆਪਣੀ ਬੱਚੀ ਵਾਂਗ ਹੀ ਪਿਆਰ ਕਰਦੇ। ਇੱਕ ਦਿਨ ਜਦੋਂ ਕੁਲਜੀਤ ਆਫਿਸ ਗਏ, ਉਸ ਦਿਨ ਸੁਮਨ ਵੀ ਘਰ ਹੀ ਸੀ, ਕਿਉਂਕਿ ਉਸ ਦੀ ਤਬੀਅਤ ਠੀਕ ਨਹੀਂ ਸੀ। ਕੁਝ ਸਮੇਂ ਬਾਅਦ ਦਰਵਾਜ਼ਾ ਖੜਕਿਆ। ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਦਰਵਾਜ਼ੇ 'ਤੇ ਮੇਰੇ ਪਤੀ ਕੁਲਜੀਤ ਸਨ ਤੇ ਉਹਨਾਂ ਨਾਲ ਉਹੀ ਔਰਤ ਸੀ ਜੋ ਆਪਣੀ ਬੱਚੀ ਨੂੰ ਸਾਡੇ ਕੋਲ ਛੱਡ ਗਈ ਸੀ। ਇੰਨੇ ਸਾਲਾਂ ਬਾਅਦ ਉਹ ਸਾਡੇ ਘਰ ਕਿਵੇਂ ਆ ਗਈ? ਉਸ ਨੂੰ ਦੇਖ ਕੇ ਮੇਰੇ ਮਨ ਵਿੱਚ ਕਈ ਸਵਾਲ ਉੱਠਣ ਲੱਗੇ ਕਿ ਕਿਤੇ ਮੇਰੇ ਪਤੀ ਨੇ ਇਸ ਔਰਤ ਨਾਲ ਦੂਜਾ ਵਿਆਹ ਤਾਂ ਨਹੀਂ ਕੀਤਾ ਸੀ। ਇਸੇ ਕਾਰਨ ਕਰਕੇ ਉਹ ਬੱਚੀ ਸਾਡੇ ਕੋਲ ਛੱਡ ਕੇ ਚਲੀ ਗਈ ਹੋਵੇ। ਮੇਰੇ ਚਿਹਰੇ 'ਤੇ ਹੈਰਾਨੀ ਸਾਫ਼ ਝਲਕ ਰਹੀ ਸੀ। ਆਪਣੇ ਪਤੀ ਦੇ ਕਹਿਣ 'ਤੇ ਮੈਂ ਉਸ ਔਰਤ ਨੂੰ ਅੰਦਰ ਲੈ ਆਈ। ਚਾਹ ਨਾਸ਼ਤਾ ਵੀ ਕਰਵਾਇਆ। ਉਸਨੇ ਗਹਿਰਾ ਸਾਹ ਲਿਆ ਤੇ ਕਹਿਣ ਲੱਗੀ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕੁਲਜੀਤ ਭਰਾ, ਤੇ ਤੁਸੀਂ ਮੇਰੇ 'ਤੇ ਜੋ ਅਹਿਸਾਨ ਕੀਤਾ ਹੈ ਉਹ ਮੈਂ ਜ਼ਿੰਦਗੀ ਭਰ ਨਹੀਂ ਭੁੱਲਾਂਗੀ। ਜੇ ਤੁਸੀਂ ਨਾ ਹੁੰਦੇ ਤਾਂ
ਉਹ ਗੱਲ ਅਧੂਰੀ ਛੱਡ ਕੇ ਰੋਣ ਲੱਗ ਪਈ। ਉਹਦੇ ਮੂੰਹ ਵਿੱਚੋਂ ਆਪਣੇ ਪਤੀ ਲਈ ਭਰਾ ਸ਼ਬਦ ਸੁਣ ਕੇ ਮੇਰੇ ਦਿਲ ਨੂੰ ਥੋੜ੍ਹਾ ਸਕੂਨ ਮਿਲਿਆ ਕਿ ਚਲੋ ਜੋ ਮੈਂ ਸੋਚ ਰਹੀ ਸੀ ਅਜਿਹਾ ਕੁਝ ਨਹੀਂ ਸੀ। ਕੁਲਜੀਤ ਨੇ ਮੈਨੂੰ ਦੱਸਿਆ ਕਿ ਅੱਜ ਜੇਲ੍ਹ ਵਿੱਚ ਨਵੇਂ ਕੈਦੀ ਆਏ ਸਨ। ਜਦੋਂ ਮੈਂ ਚੈਕਿੰਗ ਕਰ ਰਿਹਾ ਸੀ ਤਾਂ ਮੈਨੂੰ ਇਸ ਔਰਤ ਦਾ ਚਿਹਰਾ ਜਾਣਿਆ ਪਛਾਣਿਆ ਲੱਗਿਆ। ਯਾਦ ਕਰਨ 'ਤੇ ਮੈਨੂੰ ਯਾਦ ਆਇਆ ਕਿ ਇਹ ਤਾਂ ਉਹੀ ਔਰਤ ਹੈ ਜੋ ਆਪਣੀ ਬੱਚੀ ਸਾਡੇ ਕੋਲ ਛੱਡ ਗਈ ਸੀ। ਇਸ ਦੀ ਸਜ਼ਾ 2 ਮਹੀਨੇ ਦੀ ਬਚੀ ਸੀ। ਮੈਂ ਅਫਸਰਾਂ ਨਾਲ ਗੱਲ ਕਰਕੇ ਇਸ ਦੀ ਜ਼ਮਾਨਤ ਕਰਾ ਦਿੱਤੀ ਤੇ ਆਪਣੇ ਘਰ ਲੈ ਆਇਆ। ਮੈਨੂੰ ਇਹ ਲਾਚਾਰ ਤੇ ਬੇਬਸ ਔਰਤ ਲੱਗੀ, ਨਾ ਕਿ ਮੁਜਰਮ। ਫਿਰ ਉਹ ਔਰਤ ਆਪਣੀ ਹੱਡਬੀਤੀ ਸੁਣਾਉਣ ਲੱਗੀ, ਜਿਸ ਨੂੰ ਸੁਣ ਕੇ ਕਿਸੇ ਦਾ ਵੀ ਭਰੋਸਾ ਆਪਣਿਆਂ ਤੋਂ ਉੱਠ ਜਾਵੇਗਾ। ਉਸ ਔਰਤ ਦਾ ਨਾਂ ਕਮਲ ਸੀ। ਉਸਨੇ ਦੱਸਣਾ ਸ਼ੁਰੂ ਕੀਤਾ ਕਿ ਮੈਂ ਆਪਣੇ ਹੀ ਘਰ ਵਿੱਚ ਸੁਰੱਖਿਅਤ ਨਹੀਂ ਸੀ। ਮੈਂ ਬਦਨਸੀਬ ਅਜਿਹੇ ਖਾਨਦਾਨ ਦੀ ਧੀ ਸੀ ਜਿੱਥੇ ਕੁੜੀਆਂ ਨੂੰ ਬੋਝ ਸਮਝਿਆ ਜਾਂਦਾ ਸੀ। ਮੇਰਾ ਪਿਓ ਮਤਰੇਆ ਸੀ। ਜਦੋਂ ਮੈਂ ਵੱਡੀ ਹੋਈ ਤਾਂ ਮੇਰੇ ਪਿਓ ਦੀ ਮੇਰੇ 'ਤੇ ਗਲਤ ਨਜ਼ਰ ਸੀ। ਮੈਨੂੰ ਇਹ ਸਭ ਪਤਾ ਨਹੀਂ ਸੀ ਕਿਉਂਕਿ ਮੈਂ ਤਾਂ ਪਿਤਾ ਨੂੰ ਰੱਬ ਸਮਾਨ ਸਮਝਦੀ ਸੀ। ਮੇਰੀ ਮਾਂ ਨੂੰ ਮੇਰੇ ਪਿਤਾ ਦੀ ਨਜ਼ਰ ਬਾਰੇ ਪਤਾ ਲੱਗ ਗਿਆ ਸੀ। ਇੱਕ ਦਿਨ ਮੇਰੀ ਮਾਂ ਨੇ ਮੈਨੂੰ ਉਹਨਾਂ ਦੀਆਂ ਕਰਤੂਤਾਂ ਦੱਸਦੇ ਹੋਏ ਕਿਹਾ ਸੀ ਕਿ ਤੇਰੇ ਪਿਤਾ ਦੀ ਮੌਤ ਤੋਂ ਬਾਅਦ ਮੈਂ ਆਪਣੇ ਪੇਕੇ ਆ ਗਈ ਸੀ, ਪਰ ਉੱਥੇ ਮੈਨੂੰ ਸਾਰੇ ਬੋਝ ਸਮਝਣ ਲੱਗੇ। ਮੈਨੂੰ ਮਜਬੂਰੀ ਵਿੱਚ ਦੂਜਾ ਵਿਆਹ ਕਰਨਾ ਪਿਆ, ਪਰ ਹੌਲੀ-ਹੌਲੀ ਮੈਨੂੰ ਤੇਰੇ ਮਤਰੇਏ ਬਾਪ ਦੀ ਸੱਚਾਈ ਪਤਾ ਲੱਗੀ। ਉਹ ਤੇਰੇ ਨਾਲ ਕੁਝ ਵੀ ਕਰ ਸਕਦਾ ਹੈ, ਇਸ ਲਈ ਮੈਂ ਤੇਰਾ ਜਲਦੀ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇੱਕ ਦਿਨ ਅਚਾਨਕ ਹੀ ਮੇਰੀ ਮਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਤੇ ਫਿਰ ਉਹੀ ਹੋਇਆ ਜਿਸ ਦਾ ਡਰ ਸੀ। ਉਸ ਆਦਮੀ ਨੇ ਮੇਰੀ ਇੱਜ਼ਤ ਤਾਰ-ਤਾਰ ਕਰ ਦਿੱਤੀ। ਮੇਰੀ ਕੋਈ ਸੁਣਨ ਵਾਲਾ ਵੀ ਨਹੀਂ ਸੀ। ਅਜਿਹਾ ਮੇਰੇ ਨਾਲ ਰੋਜ਼ ਹੁੰਦਾ ਤੇ ਫਿਰ ਮੈਂ ਪ੍ਰੈਗਨੈਂਟ ਹੋ ਗਈ। ਮੈਂ ਇੱਕ ਬੇਟੀ ਨੂੰ ਜਨਮ ਦਿੱਤਾ। ਹੁਣ ਮੈਨੂੰ ਆਪਣੀ ਧੀ ਲਈ ਡਰ ਲੱਗਣ ਲੱਗਿਆ ਸੀ, ਕਿਤੇ ਇਸ ਨਾਲ ਵੀ ਅਜਿਹਾ ਨਾ ਹੋਵੇ। ਇਸ ਲਈ ਮੈਂ ਹਿੰਮਤ ਕਰਕੇ ਇੱਕ ਦਿਨ ਆਪਣੀ ਧੀ ਨੂੰ ਨਾਲ ਲੈ ਕੇ ਘਰੋਂ ਭੱਜ ਗਈ। ਮੈਂ ਸੋਚਿਆ ਸੀ ਕਿ ਆਪਣੀ ਬੱਚੀ ਦੇ ਨਾਲ ਉਸ ਸਮੁੰਦਰ ਵਿੱਚ ਛਾਲ ਮਾਰ ਦੇਵਾਂਗੀ, ਪਰ ਤੁਹਾਨੂੰ ਦੇਖਣ ਤੋਂ ਬਾਅਦ ਮੈਨੂੰ ਤੁਸੀਂ ਭਲੇ ਲੋਕ ਲੱਗੇ। ਮੇਰੇ ਮਨ ਵਿੱਚ ਹਜ਼ਾਰਾਂ ਖਿਆਲ ਆ ਰਹੇ ਸਨ, ਪਰ ਫਿਰ ਮੈਂ ਦਿਲ 'ਤੇ ਪੱਥਰ ਰੱਖ ਕੇ ਆਪਣੀ ਬੱਚੀ ਨੂੰ ਤੁਹਾਡੇ ਹਵਾਲੇ ਕਰ ਦਿੱਤਾ ਤੇ ਕੁਝ ਦੂਰ ਜਾ ਕੇ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਪਰ ਜਦੋਂ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਕੁਝ ਮਛੇਰਿਆਂ ਦੇ ਘਰ ਵਿੱਚ ਸੀ। ਉਹਨਾਂ ਨੇ ਮੈਨੂੰ ਹੋਸ਼ ਵਿੱਚ ਤਾਂ ਲੈ ਆਂਦਾ ਸੀ, ਪਰ ਮੇਰੀ ਖੂਬਸੂਰਤੀ ਦੇਖ ਕੇ ਮੈਨੂੰ ਵੇਚਣ ਦਾ ਇਰਾਦਾ ਕਰ ਲਿਆ। ਇਹ ਸਭ ਸੁਣ ਕੇ ਮੈਂ ਡਰ ਗਈ ਸੀ। ਜਿਸ ਮੁਸੀਬਤ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ, ਉਹੀ ਮੁਸੀਬਤ ਫਿਰ ਮੇਰੇ ਗਲੇ ਵਿੱਚ ਅਟਕ ਗਈ। ਮੇਰੇ ਲੱਖ ਮਨ੍ਹਾ ਕਰਨ ਤੇ ਰੋਣ ਦੇ ਬਾਵਜੂਦ ਵੀ ਉਹਨਾਂ ਨੇ ਮੇਰੀ ਇੱਕ ਨਾ ਸੁਣੀ ਤੇ ਮੈਨੂੰ ਕੋਠੇ 'ਤੇ ਵੇਚ ਦਿੱਤਾ। ਇੱਕ ਦਿਨ ਕੋਠੇ 'ਤੇ ਛਾਪਾ ਪੈ ਗਿਆ। ਹੋਰ ਔਰਤਾਂ ਨਾਲ ਮੈਂ ਵੀ ਫੜੀ ਗਈ। ਪੁਲਿਸ ਥਾਣੇ ਆ ਕੇ ਮੈਂ ਚੈਨ ਦਾ ਸਾਹ ਲਿਆ ਕਿ ਚਲੋ ਇੱਥੇ ਤਾਂ ਸੁਰੱਖਿਅਤ ਰਹਾਂਗੀ। ਤੇ ਇੱਥੇ ਹੀ ਮੇਰੀ ਮੁਲਾਕਾਤ ਕੁਲਜੀਤ ਭਰਾ ਨਾਲ ਹੋਈ ਤੇ ਇਹਨਾਂ ਨੇ ਮੇਰੀ ਜ਼ਮਾਨਤ ਕਰਾ ਦਿੱਤੀ ਤੇ ਮੈਨੂੰ ਇੱਥੇ ਲੈ ਆਏ। ਹੁਣ ਮੇਰੀ ਕਿਸਮਤ ਦਾ ਫੈਸਲਾ ਤੁਹਾਡੇ ਹੱਥ ਵਿੱਚ ਹੈ। ਜੇ ਤੁਸੀਂ ਕਹੋਗੇ ਤਾਂ ਮੈਂ ਇੱਥੇ ਰਹਾਂਗੀ, ਨਹੀਂ ਤਾਂ ਤੁਸੀਂ ਮੈਨੂੰ ਕਿਸੇ ਆਸ਼ਰਮ ਵਿੱਚ ਛੱਡ ਆਓ। ਪਰ ਤੁਸੀਂ ਮੇਰੀ ਸੱਚਾਈ ਮੇਰੀ ਧੀ ਨੂੰ ਨਾ ਦੱਸਿਓ ਕਿ ਮੈਂ ਉਸ ਦੀ ਮਾਂ ਹਾਂ। ਕਮਲ ਦੀ ਕਹਾਣੀ ਸੁਣ ਸਾਡੀਆਂ ਦੋਨਾਂ ਦੀਆਂ ਅੱਖਾਂ ਭਰ ਆਈਆਂ। ਅਸੀਂ ਵਾਅਦਾ ਕੀਤਾ ਕਿ ਅਸੀਂ ਸੁਮਨ ਨੂੰ ਕੁਝ ਨਹੀਂ ਦੱਸਾਂਗੇ, ਪਰ ਕਮਲ ਨੂੰ ਕਿਹਾ ਕਿ ਤੂੰ ਸਾਡੇ ਨਾਲ ਰਹੇਂਗੀ। ਤੂੰ ਕੁਲਜੀਤ ਨੂੰ ਆਪਣਾ ਭਰਾ ਮੰਨਿਆ ਹੈ ਤਾਂ ਇਹ ਤੇਰਾ ਘਰ ਹੈ। ਇਹ ਗੱਲ ਸੁਣ ਕੇ ਕਮਲ ਖੁਸ਼ ਹੋ ਗਈ ਸੀ ਕਿ ਹੁਣ ਉਹ ਆਪਣੀ ਧੀ ਨਾਲ ਹਰ ਵਕਤ ਰਹੇਗੀ। ਜਦੋਂ ਸੁਮਨ ਨੇ ਕਮਲ ਬਾਰੇ ਪੁੱਛਿਆ ਤਾਂ ਉਸਨੂੰ ਕਹਿ ਦਿੱਤਾ ਕਿ ਇਹ ਕੁਲਜੀਤ ਦੀ ਦੂਰ ਦੀ ਰਿਸ਼ਤੇਦਾਰੀ 'ਚੋਂ ਭੈਣ ਹੈ ਤੇ ਹੁਣ ਇਹ ਆਪਣੇ ਨਾਲ ਹੀ ਰਹੇਗੀ, ਕਿਉਂਕਿ ਉਸਦਾ ਇਸ ਦੁਨੀਆ ਵਿੱਚ ਕੋਈ ਨਹੀਂ ਹੈ। ਸੁਮਨ ਕਮਲ ਨੂੰ ਹੁਣ ਆਪਣੀ ਭੂਆ ਸਮਝਣ ਲੱਗੀ। ਹੁਣ ਅਸੀਂ ਸਾਰੇ ਖੁਸ਼ੀ-ਖੁਸ਼ੀ ਇਕੱਠੇ ਰਹਿੰਦੇ ਹਾਂ। ਦੁਨੀਆ ਦਾ ਹਰ ਇਨਸਾਨ ਬੁਰਾ ਨਹੀਂ ਹੁੰਦਾ, ਬਹੁਤ ਲੋਕ ਚੰਗੇ ਵੀ ਹੁੰਦੇ ਹਨ।